ਤੁਸੀਂ ਸਰਕਾਰ 'ਚ ਹੋ ਕੇ ਤੁਸੀਂ ਸੀਏ ਦੇ ਬਿੱਲ ਦੇ ਹੱਕ 'ਚ ਰੈਲੀਆਂ ਕਰਨ ਦੀ ਗੱਲ ਕਰਦੇ ਹੋ। ਇਹ ਤੋਂ ਵੱਡਾ ਮਜ਼ਾਕ ਕਿਹੜਾ ਹੋ ਸਕਦਾ? ਜਿਹੜਾ ਬੰਦਾ ਹਕੂਮਤ 'ਚ ਬੈਠਾ ਹੋਵੇ ਉਹਨੂੰ ਵੀ ਲੋੜ ਪੈ ਗਈ ਮਿਸ ਕਾਲਾਂ ਮਰਵਾਉਣ ਦੀ, ਉਹਨੂੰ ਵੀ ਲੋੜ ਪੈ ਗਈ ਆਪਣੇ ਹੱਕ 'ਚ ਪ੍ਰਚਾਰ ਕਰਨ ਦੀ। ਇਹ ਬਦਕਿਸਮਤੀ ਹੈ। ਕੱਲ 2 ਬੇਟੀਆਂ ਨੇ, ਹਿੰਦੂ ਬੇਟੀਆਂ ਨੇ, ਲਾਜਪਤ ਨਗਰ 'ਚ ਜਦੋਂ ਅਮਿਤ ਸ਼ਾਹ ਜੀ ਉੱਥੋਂ ਲੰਘੇ ਉਹਨਾਂ ਨੇ ਬਾਲਕਾਨੀ 'ਚੋਂ ਇੱਕ ਪੋਸਟਰ ਲਹਿਰਾ ਕੇ ਦੱਸ ਦਿੱਤਾ ਕਿ ਇਹ ਦੇਸ਼ ਹਿੰਦੂ ਮੁਸਲਮਾਨ ਸਿੱਖ ਈਸਾਈ ਦਲਿਤਾਂ ਦਾ ਦੇਸ਼ ਹੈ, ਇਹ ਕਿਸੇ ਇੱਕ ਦੀ ਜਾਗੀਰ ਜਿਹੜਾ ਨਹੀਂ ਬਣ ਸਕਦਾ। ਯਾਨੀ ਪੂਰੇ ਦੇਸ਼ ਦੀ ਜਨਤਾ ਨੂੰ ਲੈਣਾ ਚਲਾਣਾ ਮੋਦੀ ਜੀ ਨੇ, ਕੱਲਾ ਮੁਸਲਮਾਨਾਂ ਨੂੰ ਲੈਣਾ 'ਚ ਨਹੀਂ ਲਾਣ ਲਈ ਲੱਗੇ। ਹਰੇਕ ਬੰਦੇ ਨੂੰ, ਜਿੱਦਾਂ ਅਸਾਮ ਦੇ ਵਿੱਚ ਮੁਸਲਮਾਨਾਂ ਨੂੰ ਕੀ 7 ਤੋਂ ਜ਼ਿਆਦਾ ਹਿੰਦੂ ਪਰਿਵਾਰਾਂ ਨੂੰ ਐਨਆਰਸੀ 'ਚ ਲਾ ਕੇ ਬਾਹਰ ਕੱਢਿਆ। ਲੁਧਿਆਣਾ ਦੇ ਹਿੰਦੂ ਸਿੱਖ ਈਸਾਈ ਦਲਿਤ ਭਾਈਚਾਰੇ ਦੇ ਲੋਕਾਂ ਨੇ ਮੁਸਲਮਾਨਾਂ ਦੇ ਨਾਲ ਮਿਲ ਕੇ ਜਾਮਾ ਮਸਜਿਦ ਤੋਂ ਜਗਰਾਓਂ ਬ੍ਰਿਜ ਤੱਕ ਰਾਤ 9:30 ਵਜੇ ਕੈਂਡਲ ਮਾਰਚ ਜਿਹੜਾ ਕੀਤਾ, ਜਿਸ ਹਜ਼ਾਰਾਂ ਦੀ ਗਿਣਤੀ 'ਚ ਲੋਕ ਸ਼ਾਮਲ ਸੀ। ਇਹ ਕੈਂਡਲ ਮਾਰਚ ਸੀਏਏ ਜਿਹੜਾ ਕਾਲਾ ਕਾਨੂੰਨ ਬਣਾਇਆ ਔਰ ਕਾਲਾ ਕਾਨੂੰਨ ਤੋਂ ਬਾਅਦ ਜਾਮੀਆ ਔਰ ਫਿਰ ਜੇਐਨਯੂ ਦੇ ਬੱਚਿਆਂ ਤੇ ਜੋ ਅਤਿਆਚਾਰ ਸਰਕਾਰ ਨੇ ਕੀਤਾ ਹੈ ਦਿੱਲੀ ਦੇ ਵਿੱਚ, ਉਹਦੀ ਵਿਰੋਧਤਾ ਦੇ ਵਿੱਚ ਹੈ। ਮੈਂ ਬੇਨਤੀ ਕਰਨਾ ਚਾਹੁੰਦਾ ਮੀਡੀਆ ਦੇ ਰਾਹੀਂ ਸਮੂਹ ਲੋਕਾਂ ਨੂੰ ਔਰ ਐਸੇ ਸਾਰੇ ਲੋਕਾਂ ਨੂੰ ਜਿਹੜੇ ਧਰਮ ਆਧਾਰਿਤ ਇਹ ਸਮਝਦੇ ਨੇ ਕਿ ਸ਼ਾਇਦ ਮੁਸਲਮਾਨ ਜਿਹੜੇ ਨੇ ਉਹ ਇਸ ਕਾਨੂੰਨ ਦੀ ਤਾਂ ਵਿਰੋਧਤਾ ਕਰ ਰਹੇ ਨੇ ਕਿ ਮੁਸਲਮਾਨ ਇਹਦੇ 'ਚ ਨਹੀਂ ਆਏ। ਇਹ ਗੱਲ ਨਹੀਂ ਹੈ। ਗੱਲ ਅਸਲ ਮੁੱਦਾ ਸਮਝੋ। ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਰੋਜ਼ਗਾਰ ਦਾ। ਸਰਕਾਰ ਨੇ ਕਿਹਾ ਅਨਇੰਪਲੋਇਮੈਂਟ ਖਤਮ ਕਰਾਂਗੇ। ਸਰਕਾਰ ਬੁਰੀ ਤਰ੍ਹਾਂ ਫੇਲ ਹੋ ਕੇ ਜਿਹੜੇ ਦੇਸ਼ ਦੇ ਖਜ਼ਾਨੇ ਹੈ, ਚਾਹੇ ਰੇਲਵੇ ਹੈ, ਚਾਹੇ ਬੈਂਕ ਹੈ, ਉਹਨਾਂ ਨੂੰ ਵੇਚ ਰਹੀ ਹੈ। ਸਰਕਾਰ ਨੇ ਉਧਰੋਂ ਧਿਆਨ ਹਟਾਉਣ ਲਈ ਇਹ ਕਾਨੂੰਨ ਲਿਆਏ। ਇਹਦਾ ਨੁਕਸਾਨ ਸੁਣ ਲਓ 2 ਸ਼ਬਦਾਂ ਦੇ ਵਿੱਚ। ਐਨਆਰਸੀ ਅਗਰ ਲਾਗੂ ਹੁੰਦੀ ਹੈ, ਮੈਂ ਮੰਨਦਾ ਮੈਂ ਮੁਸਲਮਾਨ ਹਾਂ ਜੀ, ਮੇਰੇ ਕੋਲ ਕਾਗਜ਼ ਨਹੀਂ ਹੈ, ਮੈਨੂੰ ਇਹ ਕਹਿੰਦੇ कि एनआरसी तू बाहर चल जा। अगर किसी हिंदू को कागज़ नहीं, किसी सिख भरा को, किसी को दलित को, 13 लाख हिंदू परिवार एनआरसी को किदा आसाम चो बाहर कढ़ दिते गए ਜਿਹੜੇ ਅੱਜ ਪਰੇਸ਼ਾਨ ਬੈਠੇ ਨੇ। ਅਗਰ ਇਹ ਕਹਿਣਗੇ ਸੀਏਏ 'ਚ ਆ ਜਾਓ, ਸਿਟੀਜ਼ਨ ਅਮੈਂਡਮੈਂਟ ਐਕਟ, ਜਿਹੜਾ ਐਕਟ ਇਹ ਕਹਿੰਦਾ ਹੈ ਕਿ ਤੁਸੀਂ ਪਾਕਿਸਤਾਨ, ਅਫਗਾਨਿਸਤਾਨ ਜਾਂ ਬੰਗਲਾਦੇਸ਼ ਤੋਂ ਆਏ ਹੋ ਔਰ ਅਗਰ ਇਹਨਾਂ ਸਾਰੇ ਧਰਮਾਂ ਤੋਂ ਸੰਬੰਧ ਰੱਖਦੇ ਹੋ ਤਾਂ ਤੁਹਾਨੂੰ ਨਾਗਰਿਕਤਾ ਦੇਵਾਂਗੇ। ਹੁਣ ਕੱਲ ਨੂੰ ਕੋਈ ਹਿੰਦੂ ਪਰਿਵਾਰ, ਕੋਈ ਸਿੱਖ, ਕੋਈ ਦਲਿਤ ਪਰਿਵਾਰ, ਕੋਈ ਬੋਧੀ ਪਰਿਵਾਰ ਜਿਹੜਾ ਇੱਥੇ ਹਜ਼ਾਰਾਂ ਸਾਲਾਂ ਤੋਂ ਰਹਿ ਰਿਹਾ, ਉਹਦੇ ਕੋਲ ਵੀ ਕਾਗਜ਼ ਨਹੀਂ ਮਿਲਦੇ, ਮੈਨੂੰ ਵੀ ਨਹੀਂ ਮਿਲਦੇ, ਤੇ ਉਹਨੂੰ ਸਰਕਾਰ ਕਹੂਗੀ ਤੂੰ ਆਪਣੇ ਆਪ ਨੂੰ ਪਹਿਲਾਂ ਸ਼ੋਅ ਕਰ ਦੇ ਕਿ ਤੂੰ ਅੱਜ ਤੋਂ ਸ਼ਰਨਾਰਥੀ ਹੈ। ਯਾਨੀ ਪੂਰੇ ਦੇਸ਼ ਦੀ ਜਨਤਾ ਨੂੰ ਲੈਣਾ ਚਲਾਣਾ ਮੋਦੀ ਜੀ ਨੇ, ਕੱਲਾ ਮੁਸਲਮਾਨਾਂ ਨੂੰ ਲੈਣਾ 'ਚ ਨਹੀਂ ਲਾਣ ਲਈ ਲੱਗੇ। ਹਰੇਕ ਬੰਦੇ ਨੂੰ, ਜਿੱਦਾਂ ਅਸਾਮ ਦੇ ਵਿੱਚ ਮੁਸਲਮਾਨਾਂ ਨੂੰ ਕੀ 7 ਤੋਂ ਜ਼ਿਆਦਾ ਹਿੰਦੂ ਪਰਿਵਾਰਾਂ ਨੂੰ ਐਨਆਰਸੀ 'ਚ ਲਾ ਕੇ ਬਾਹਰ ਕੱਢਿਆ। ਇਹ ਜਿਹੜੇ ਲੋਕ ਧਰਮ ਦੇ ਆਧਾਰ ਤੇ WhatsApp Facebook ਤੇ ਪ੍ਰਚਾਰ ਕਰਦੇ ਪਏ ਕਿ ਸ਼ਾਇਦ ਮੁਸਲਮਾਨ ਇਸ ਲਈ ਲੜ ਰਹੇ ਕਿ ਮੁਸਲਮਾਨਾਂ ਦਾ ਵਿੱਚ ਨਾਂ ਨਹੀਂ ਹੈ। ਮੁਸਲਮਾਨ ਨਹੀਂ, ਪੂਰੇ ਦੇਸ਼ ਦੀ ਜਨਤਾ। ਜਾਮੀਆ 'ਚ ਜਿਹੜੇ ਬੱਚੇ ਪੜ੍ਹਦੇ ਨੇ ਉਹਨਾਂ 'ਚ 50% ਹਿੰਦੂ, ਸਿੱਖ, ਦਲਿਤ, ਈਸਾਈ ਭਾਈਚਾਰੇ ਦੇ ਬੱਚੇ ਨੇ। ਜੇਐਨਯੂ 'ਚ ਜਿਨ੍ਹਾਂ ਨੂੰ ਕੁੱਟਿਆ ਗਿਆ ਉਹ ਮੁਸਲਮਾਨਾਂ ਦੇ ਬੱਚੇ ਨਹੀਂ ਨੇ। ਪੰਜਾਬ ਯੂਨੀਵਰਸਿਟੀ 'ਚ ਜਿਹੜੇ ਕੁੜੀਆਂ ਮੁੰਡੇ ਰੋਜ਼ ਆਵਾਜ਼ ਹੱਕ ਦੀ ਚੱਕ ਰਹੇ ਨੇ ਉਹ ਸਿੱਖ ਭਾਈਚਾਰੇ ਦੀ ਬਹੁ ਗਿਣਤੀਆਂ ਦੇ ਬੱਚੇ ਨੇ। ਪੂਰੇ ਦੇਸ਼ ਦੀ ਜਨਤਾ ਦੇਸ਼ ਦਾ ਸੰਵਿਧਾਨ ਬਚਾਉਣਾ ਚਾਹੁੰਦੀ ਹੈ। ਇਹ ਮੋਦੀ ਸ਼ਾਹ ਦੀ ਜੋੜੀ ਮੁਲਕ ਨੂੰ ਵੇਚਣ ਲੱਗੀ ਹੋਈ ਹੈ। ਮੁਲਕ ਵਾਸੀਓ ਇਸ ਗੱਲ ਨੂੰ ਸਮਝੋ। ਔਰ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ कि तख्त ते बैठ के वो गलती ना करो जो मुगलों ने की, वो गलती ना करो जी अंग्रेज़ों ने की, और वो गलती ना करो जी तुहाडे तो पहलियां सरकारां कर गईयां। लोकां ते जुल्म करोगे तो जुल्म ते और अल्लाह दे खुदा दे कहर च कोई फासला नहीं हुंदा। मजलूमां दी अगर हार अब तक पहुँच गई, ये हुकूमत भी चली जाएगी, कोई होर आ जाएगी। ये देश बहुधर्मी देश है, अनेकता च एकता है। जिहड़े लोग इहनूं तोड़ना चाहते हैं वो तोड़ नहीं सकणगे। और हादसे की गल तुहानूं एक दस देवां, मिसाल के तौर पर अगर तुसी सरकार चों ते तुहाडे कोल कोई बंदा पहुंचे जी थाने काम करा दो, तुसी जे थानेदार काम ना करे तुसी जगराओं पुल ते धरना लाओगे? नहीं, तुहानूं खुदा ने पावर दी है, तुसी आर्डर करोगे। और तुसी सरकार च हो के तुसी सीए दे बिल दे हक च रैलियां करन दी गल करदे हो। इस तो वड्डा मजाक किहड़ा हो सकदा? ਜਿਹੜਾ ਬੰਦਾ ਹਕੂਮਤ 'ਚ ਬੈਠਾ ਹੋਵੇ ਉਹਨੂੰ ਵੀ ਲੋੜ ਪੈ ਗਈ ਮਿਸ ਕਾਲਾਂ ਮਰਵਾਉਣ ਦੀ, ਉਹਨੂੰ ਵੀ ਲੋੜ ਪੈ ਗਈ ਆਪਣੇ ਹੱਕ 'ਚ ਪ੍ਰਚਾਰ ਕਰਨ ਦੀ। ਇਹ ਬਦਕਿਸਮਤੀ ਹੈ। ਕੱਲ 2 ਬੇਟੀਆਂ ਨੇ, ਹਿੰਦੂ ਬੇਟੀਆਂ ਨੇ, ਲਾਜਪਤ ਨਗਰ 'ਚ ਜਦੋਂ ਅਮਿਤ ਸ਼ਾਹ ਜੀ ਉੱਥੋਂ ਲੰਘੇ ਉਹਨਾਂ ਨੇ ਬਾਲਕਾਨੀ 'ਚੋਂ ਇੱਕ ਪੋਸਟਰ ਲਹਿਰਾ ਕੇ ਦੱਸ ਦਿੱਤਾ ਕਿ ਇਹ ਦੇਸ਼ ਹਿੰਦੂ, ਮੁਸਲਮਾਨ, ਸਿੱਖ, ਈਸਾਈ ਦਲਿਤਾਂ ਦਾ ਦੇਸ਼ ਹੈ, ਇਹ ਕਿਸੇ ਇੱਕ ਦੀ ਜਾਗੀਰ ਜਿਹੜਾ ਨਹੀਂ ਬਣ ਸਕਦਾ। ਇਹੀ ਸੰਦੇਸ਼ ਤੁਹਾਡੇ ਥਰੂ ਦੇਣਾ ਚਾਹੁੰਦਾ। ਧੰਨਵਾਦ ਜੀ। ਤਮਾਮ ਪੰਜਾਬ ਸਾਹਿਬ ਦੀ ਅਗਵਾਈ ਦੇ ਵਿੱਚ ਅੱਜ ਜਾਮਾ ਮਸਜਿਦ ਲੁਧਿਆਣਾ ਵੱਲੋਂ ਨਾਇਬ ਸ਼ਾਹੀ ਇਮਾਮ ਉਸਮਾਨ ਰਹਿਮਾਨੀ ਜੀ ਇਹਨਾਂ ਦੀ ਅਗਵਾਈ ਦੇ ਵਿੱਚ ਅੱਜ ਮੁਸਲਿਮ ਭਾਈਚਾਰਾ, ਸਿੱਖ ਭਾਈਚਾਰਾ, ਹਿੰਦੂ ਭਾਈਚਾਰਾ, ਈਸਾਈ ਭਾਈਚਾਰੇ ਵੱਲੋਂ ਸਾਂਝੇ ਤੌਰ ਦੇ ਉੱਤੇ ਇੱਕ ਕੈਂਡਲ ਮਾਰਚ ਜਿਹੜਾ ਲੁਧਿਆਣੇ ਦੀਆਂ ਸੜਕਾਂ ਦੇ ਉੱਤੇ ਕੱਢਿਆ ਗਿਆ, ਜਿਹਦਾ ਬੇਸਿਕ ਮਕਸਦ ਹੈ ਕਿ ਹਿੰਦ ਹਕੂਮਤ ਨੇ ਅੱਜ ਇੱਕ ਬਹੁਤ ਹੀ ਅਣਮਨੁੱਖੀ ਕਾਰਾ ਕਰਦਿਆਂ ਹੋਇਆਂ, ਜਿਸ ਤਰ੍ਹਾਂ ਅੰਗਰੇਜ਼ਾਂ ਦੇ ਵੇਲੇ ਧੱਕੇ ਨਾਲ ਕਾਨੂੰਨ ਲਿਆਏ ਜਾਂਦੇ ਸੀਗੇ ਆਜ਼ਾਦੀ ਦੀ ਲਹਿਰ ਨੂੰ ਖੋਰਾ ਲਾਉਣ ਵਾਸਤੇ, ਇਸੇ ਤਰ੍ਹਾਂ ਹੀ ਇਹਦੀ ਤਰਜਮਾਨੀ ਕਰਦਿਆਂ ਹੋਇਆਂ
ਅੱਜ ਹਿੰਦ ਹਕੂਮਤ ਨੇ ਬੀਜੇਪੀ ਗਵਰਨਮੈਂਟ ਨੇ ਇੱਕ ਬਹੁਤ ਹੀ ਘਿਨਾਉਣਾ ਕਾਨੂੰਨ CAA ਲਿਆਂਦਾ ਹੈ ਤੇ NRC ਜਿਹੜੀ ਹੈ ਉਹ ਆ ਰਹੀ ਹੈ, ਜਿਹਦੇ ਵਿੱਚ ਸਿੱਧਾ ਟਾਰਗੇਟ ਇੱਕ ਧਰਮ ਨੂੰ ਕੀਤਾ ਗਿਆ ਹੈ, ਮੁਸਲਮਾਨ ਭਾਈਚਾਰੇ ਨੂੰ ਕੀਤਾ ਗਿਆ ਹੈ, ਜਿਹਦੇ ਨਾਲ ਕਿ ਪੂਰੀ ਦੁਨੀਆ ਵਿੱਚ ਵੱਸਦਾ ਹੋਈ ਕੋਈ ਵੀ ਜਿਹੜਾ ਮਨੁੱਖਤਾ ਪਸੰਦ, ਜਿਹੜਾ ਅਮਨ ਪਸੰਦ ਲੋਕ ਨੇ, ਮਨੁੱਖਤਾ ਹੈ, ਉਹ ਇਹਦੇ ਨਾਲ ਸ਼ਰਮਸਾਰ ਹੋਈ ਹੈ। ਤੇ ਭਾਰਤ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਜੇ ਸਾਰੇ ਭਾਰਤ ਦੇ ਅਮਨ ਪਸੰਦ ਸ਼ਹਿਰੀ ਜਿਹੜੇ ਇਨਸਾਨੀਅਤ ਦੇ ਨਾਂ ਤੇ ਧਰਮਾਂ ਦੀਆਂ ਵੰਡੀਆਂ ਤੋਂ ਉੱਤੇ ਉੱਠ ਕੇ ਅੱਜ ਮੁਸਲਮਾਨ ਭਾਈਚਾਰੇ ਦੇ ਅਗੇਂਸਟ ਆਏ ਇਸ ਕਾਲੇ ਕਾਨੂੰਨ ਦੇ ਵਿੱਚ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ, ਤੇ ਇਹ ਕਾਨੂੰਨ ਵਾਪਸ ਲੈਣਾ ਹੀ ਪੈਣਾ। ਜਿਹੜੇ ਯੂਨੀਵਰਸਿਟੀਆਂ 'ਚ ਪੜ੍ਹਦੇ ਹੋਏ ਸਟੂਡੈਂਟਸ ਦੇ ਉੱਤੇ ਤਸ਼ੱਦਦ ਹੋਇਆ, ਉਹ ਉੱਥੇ ਦੇਸ਼ ਦੇ ਜਿਹੜਾ ਵਿਕਾਸ ਦੇ ਲਈ ਦੇਸ਼ ਨੂੰ ਅੱਗੇ ਵਧਾਉਣ ਵਾਸਤੇ ਜਿਹੜੀ ਪੜ੍ਹਾਈ ਕਰ ਰਹੇ ਸੀ, ਉਹਨਾਂ ਲੋਕਾਂ ਨੂੰ ਅੱਜ ਆਪਣੀ ਆਵਾਜ਼, ਸੱਚ ਦੀ ਆਵਾਜ਼ ਬੁਲੰਦ ਕਰਨ ਦੇ ਬਦਲੇ, ਇਹ ਸੰਵਿਧਾਨ ਦਾ ਸਾਥ ਦੇਣ ਦੇ ਬਦਲੇ, ਸੰਵਿਧਾਨ ਦੇ ਖਿਲਾਫ ਇਸ ਕਾਲੇ ਕਾਨੂੰਨ ਦੇ ਅਗੇਂਸਟ ਆਵਾਜ਼ ਬੁਲੰਦ ਕਰਨ ਦੇ ਬਦਲੇ ਜਿਹੜਾ ਉਹ ਅੱਜ ਮਾਰਿਆ ਜਾ ਰਿਹਾ, ਜੇਲ੍ਹਾਂ 'ਚ ਸਿੱਟਿਆ ਜਾ ਰਿਹਾ, ਖੂਨ ਖਰਾਬਾ ਕੀਤਾ ਜਾ ਰਿਹਾ। ਇੰਨਾ ਜ਼ਬਰ ਤੇ ਜ਼ੁਲਮ ਭਾਰਤ ਦੀ ਧਰਤੀ ਤੇ ਜੇ ਵਧੇਗਾ ਤੇ ਮਨੁੱਖਤਾ ਸ਼ਰਮਸਾਰ ਹੋਏਗੀ। ਅਸੀਂ ਸਾਰੇ ਲੋਕ ਧਰਮਾਂ ਦੀਆਂ ਵੰਡੀਆਂ ਤੋਂ ਉੱਤੇ ਉੱਠ ਕੇ ਮਨੁੱਖਤਾ ਨੂੰ ਆਧਾਰ ਮੰਨ ਕੇ ਹੋਏ ਅੱਜ ਮੁਸਲਮਾਨ ਭਾਈਚਾਰੇ ਦੇ ਨਾਲ। ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦਾ ਬਿਆਨ ਵੱਖਰਾ ਕੀ ਕਹੋਗੇ 30 ਕਰੋੜ ਭਾਰਤੀਆਂ ਨੂੰ, 130 ਕਰੋੜ ਭਾਰਤੀਆਂ ਨੂੰ ਕੀ ਮੈਸੇਜ ਦਿਓਗੇ ਤੁਸੀਂ? ਵੀਰੇ, ਜਦੋਂ ਮੋਢੀ ਇਸ ਗੱਲ ਦੇ ਉੱਤੇ ਬੰਨ੍ਹ ਦਿੱਤਾ ਗਿਆ, ਕਿਉਂਕਿ ਮੈਂ ਪਹਿਲਾਂ ਵੀ ਕਿਹਾ ਕਿ 1947 'ਚ ਜਦੋਂ ਧਰਮ ਦੇ ਨਾਂ ਤੇ ਦੇਸ਼ ਦੀ ਵੰਡ ਹੋਈ ਤੇ ਕਿੰਨਾ ਸੰਤਾਪ ਹੰਢਾਇਆ ਪੰਜਾਬ ਨੇ। ਇਸੇ ਤਰ੍ਹਾਂ ਜਦੋਂ ਇਹ ਲੋਕ ਧਰਮ ਦੇ ਨਾਂ ਤੇ ਵੰਡੀ ਪਾਉਣਗੇ, ਭਾਵੇਂ ਉਹ ਦੋਵੇਂ ਵੱਖ-ਵੱਖ ਬਿਆਨ ਦੇਣ, ਜਦੋਂ ਅੰਦਰੋਂ ਉਹਨਾਂ ਦੀ ਮਾਂ ਇੱਕ ਹੈ, ਉਹਨਾਂ ਦੀ ਸੁਰ ਇੱਕ ਹੈ, ਬਾਹਰ ਆ ਕੇ ਬਿਆਨ ਜੋ ਮਰਜ਼ੀ ਦੇਣ, ਉਹ ਲੋਕਾਂ ਨੂੰ ਲੁਭਾਉਣ ਵਾਸਤੇ ਨੇ। ਅਸੀਂ ਫਿਰ ਵੀ ਸੁਪਰੀਮ ਕੋਰਟ ਤੋਂ ਆਸ ਰੱਖਦੇ ਹਾਂ ਕਿ ਸ਼ਾਇਦ ਜਿਹੜੇ ਇਸ ਵੇਲੇ ਦੇ ਚੀਫ ਜਸਟਿਸ ਨੇ, ਉਹੀ ਭਾਰਤ ਦੇ ਲੋਕਾਂ ਦੀ ਆਵਾਜ਼ ਨੂੰ ਸੁਣਦਿਆਂ ਹੋਇਆਂ, ਸਮਝਦਿਆਂ ਹੋਇਆਂ, ਮਨੁੱਖਤਾ ਦੇ ਆਧਾਰ ਤੇ ਕਨਸਟੀਟਿਊਸ਼ਨ ਨੂੰ ਬਚਾਉਣ ਵਾਸਤੇ, ਭਾਰਤ ਦੇ ਸੰਵਿਧਾਨ ਨੂੰ ਬਚਾਉਣ ਵਾਸਤੇ, ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣ ਵਾਸਤੇ ਜਿਹੜਾ ਉਹ ਚੰਗਾ ਫੈਸਲਾ ਦੇਣਗੇ। ਇਹਦਾ ਮਕਸਦ ਇਹ ਹੈ ਕਿ ਕੇਂਦਰ ਸਰਕਾਰ ਧਰਮਾਂ ਨੂੰ ਵੰਡੀ ਦੇ ਆਧਾਰ ਤੇ ਜਿਹੜਾ ਕਾਲਾ ਕਾਨੂੰਨ ਲੈ ਕੇ ਆਈ ਹੈ CAA ਔਰ NRC ਦੀ ਜਿਹੜੀ ਧਮਕੀ ਸਾਡੇ ਗ੍ਰਹਿ ਮੰਤਰੀ ਜੀ ਪਾਰਲੀਮੈਂਟ 'ਚ ਖੜੇ ਹੋ ਕੇ ਦਿੰਦੇ ਨੇ, ਔਰ ਉਸ ਤੋਂ ਬਾਅਦ ਜਾਮੀਆ ਮਿਲੀਆ ਤੇ ਫਿਰ JNU ਦੇ ਵਿੱਚ ਬੇਟੀਆਂ ਦੇ ਉੱਤੇ ਅਤਿਆਚਾਰ ਕੀਤਾ ਜਾਂਦਾ ਹੈ। ਅਸੀਂ ਇਹ ਸੁਨੇਹਾ ਦੇਣਾ ਚਾਹੁੰਦੇ ਕਿ ਪੂਰੇ ਦੇਸ਼ ਦੇ ਜਿਹੜੇ ਲੋਕ ਨੇ, ਇਹ ਜਿਹੜੀ ਮੂਵਮੈਂਟ ਹੈ ਇਕੱਲੇ ਮੁਸਲਮਾਨਾਂ ਦੀ ਨਹੀਂ ਹੈ, ਪੂਰੇ ਦੇਸ਼ ਦੇ ਸਾਰੇ ਧਰਮਾਂ ਦੇ ਲੋਕ ਜਿਹੜੇ ਨੇ ਉਹ ਰਲ ਮਿਲ ਕੇ ਆਪਣੇ ਸੰਵਿਧਾਨ ਨੂੰ ਬਚਾਉਣ ਲਈ, ਆਪਣੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਬਚਾਉਣ ਲਈ ਅੱਜ ਇਕੱਠੇ ਨੇ। ਇਹਦੇ ਨਾਲ ਮੈਂ ਕਹਿਣਾ ਚਾਹੁੰਦਾ ਉਹਨਾਂ ਸਾਰੇ ਇਨਸਾਫ ਪਸੰਦ ਲੋਕਾਂ ਨੂੰ ਜਿਹੜੇ ਪੂਰੇ ਦੇਸ਼ ਦੇ ਵਿੱਚ ਅੱਜ ਕੇਂਦਰ ਦੇ ਕਾਲੇ ਕਾਨੂੰਨ ਦੇ ਖਿਲਾਫ ਆਵਾਜ਼ ਚੱਕ ਰਹੇ ਨੇ, ਕਿ ਤੁਸੀਂ ਯਕੀਨ ਮੰਨੋ, ਤੁਸੀਂ ਆਵਾਜ਼ ਚੱਕੋਗੇ ਤੇ ਪੰਜਾਬ ਦਾ ਜਿਹੜਾ ਭਾਈਚਾਰਾ ਹੈ, ਚਾਹੇ ਉਹ ਬਹੁਗਿਣਤੀ ਸਿੱਖ ਭਾਈਚਾਰਾ ਹੈ, ਹਿੰਦੂ ਭਾਈਚਾਰਾ ਹੈ, ਦਲਿਤ ਭਾਈਚਾਰਾ ਹੈ, ਮੁਸਲਮਾਨ ਨੇ, ਈਸਾਈ ਨੇ, ਪੂਰੇ ਪੰਜਾਬੀ ਜਿਹੜੇ ਨੇ ਆਪਣੇ ਪੂਰੇ ਦੇਸ਼ ਵਾਸੀਆਂ ਦੇ ਨਾਲ ਉੱਦਾਂ ਹੀ ਖੜੇ ਨੇ ਜਿੱਦਾਂ ਸ਼ਹੀਦ ਭਗਤ ਸਿੰਘ ਜੀ ਜੰਗ ਆਜ਼ਾਦੀ ਦੀ ਲੜਾਈ ਦੇ ਵਿੱਚ ਭਾਰਤ ਦੇ ਲੋਕਾਂ ਦੇ ਨਾਲ ਖੜੇ ਸੀ। ਔਰ ਇਹਦੇ ਨਾਲ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਸਾਡੇ ਗ੍ਰਹਿ ਮੰਤਰੀ ਜੀ ਜਿਹੜੇ ਕਿ ਆਪਣੀ ਬੋਲੀ ਧਮਕੀ ਵਾਲੀ ਯੂਜ਼ ਕਰਦੇ ਨੇ, ਉਹ ਇੱਕ ਪਾਸੇ ਕਹਿੰਦੇ ਨੇ ਕਿ 1 ਇੰਚ ਪਿੱਛੇ ਨਹੀਂ ਹਟੇਗਾ। ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਪਿੱਛੇ ਤਾਂ ਹਟ ਚੁੱਕੇ ਹੋ। ਰਾਮਲੀਲਾ ਮੈਦਾਨ 'ਚ ਪ੍ਰਧਾਨ ਮੰਤਰੀ ਸਾਹਿਬ ਆਪਣੇ ਮੂੰਹ ਤੋਂ ਕਹਿ ਚੁੱਕੇ ਕਿ ਅੱਜ ਤੱਕ NRC ਦੀ ਚਰਚਾ ਬਿਲਕੁਲ ਨਹੀਂ ਹੋਈ, ਤੇ ਜਦ ਪ੍ਰਧਾਨ ਮੰਤਰੀ ਜੀ ਪਿੱਛੇ ਹਟ ਗਏ ਨੇ ਤੇ ਤੁਹਾਨੂੰ ਵੀ ਚਾਹੀਦਾ ਕਿ ਧਮਕੀਆਂ ਦੇਣ ਦੀ ਬਜਾਏ, ਅਸੀਂ ਜਨਤਾ ਹਾਂ ਇਸ ਦੇਸ਼ ਦੀ, ਅਸੀਂ ਇਸ ਦੇਸ਼ ਦੇ ਜੰਮਪਲ ਹਾਂ, ਇਸ ਦੇਸ਼ ਦੇ ਮੂਲ ਨਿਵਾਸੀ ਹਾਂ। ਮੁਸਲਮਾਨ ਜਿਹੜੇ ਨੇ ਉਹ ਦਰਵੜਾਂ ਦੀ ਔਲਾਦ ਨੇ, ਇਸ ਦੇਸ਼ ਦੇ ਮੂਲ ਨਿਵਾਸੀ ਨੇ। ਸਿਰਫ ਧਰਮ ਦੀ ਵਜ੍ਹਾ ਨਾਲ ਅਗਰ ਕੋਈ ਸਾਡੇ ਨਾਲ ਨਫ਼ਰਤ ਕਰਕੇ ਸਮਝਦਾ ਹੈ ਕਿ ਅਸੀਂ ਇਸ ਦੇਸ਼ ਨੂੰ ਛੱਡ ਦੇਵਾਂਗੇ ਤੇ ਕਿਆਮਤ ਆ ਸਕਦੀ ਹੈ। ਅਸੀਂ ਆਪਣੇ ਦੇਸ਼ ਨੂੰ ਛੱਡਣ ਵਾਲਿਆਂ ਦੇ ਵਿੱਚੋਂ ਨਹੀਂ ਹਾਂ। ਬਸ ਇੰਨਾ ਹੀ ਕਹਿਣਾ ਚਾਹੁੰਦਾ ਤੇ ਤੁਹਾਡਾ ਸਭ ਦਾ ਧੰਨਵਾਦ ਕਰਨਾ ਚਾਹੁੰਦਾ, ਖਾਸ ਕਰ ਪੰਜਾਬ ਦੀ ਪ੍ਰੈਸ ਦਾ, ਕਿ ਅੱਜ ਜਦ ਪੂਰੇ ਦੇਸ਼ ਦੀ ਵੱਡੀ ਪ੍ਰੈਸ ਜਿਹੜੀ ਹੈ ਉਹ ਗੋਦੀ ਮੀਡੀਆ ਵੱਲ ਬੜੀ ਹੋਈ ਹੈ, ਉਸ ਦੇ ਦੌਰਾਨ ਪੰਜਾਬ ਦਾ ਜਿਹੜਾ ਸੁਤੰਤਰ ਮੀਡੀਆ ਹੈ ਉਹ ਹੱਕ ਔਰ ਇਨਸਾਫ ਦੀ ਗੱਲ ਜਿਹੜੀ ਹੈ ਉਹ ਮੁਲਕ ਤੱਕ ਪਹੁੰਚਾ ਰਿਹਾ। ਧੰਨਵਾਦ। ਪੰਜਾਬ ਦੀ ਰਹਿਨਮਾਈ ਦੇ ਅੰਦਰ ਹਿੰਦੂ, ਮੁਸਲਿਮ, ਸਿੱਖ, ਈਸਾਈਆਂ ਦਾ ਮਾਰਚ ਕੀਤਾ, ਬਹੁਤ ਵੱਡਾ ਇਕੱਠ ਕੀਤਾ ਔਰ ਬਹੁਤ ਬੜਾ ਜੋਸ਼ ਹੈ। ਜਿਹੜੇ ਇਨਕਲਾਬ ਦੇ ਨਾਰੇ ਲਾਏ ਗਏ, ਇਸ ਇਨਕਲਾਬ ਦੇ ਨਾਰੇ ਤੇ ਅੰਗਰੇਜ਼ ਸਰਕਾਰ ਹਿੱਲਦੀ ਸੀ ਤੇ ਇਹ ਵੀ ਹਿੱਲੇਗੀ, ਕਿਉਂਕਿ ਇਹ ਇਨਕਲਾਬ ਦਾ ਨਾਰਾ ਜਿਹੜਾ ਨਾ, ਇਹ ਸਾਡੇ ਪੁਰਖਾਂ ਨੇ ਦਿੱਤਾ, ਟ੍ਰੇਡ ਯੂਨੀਅਨ ਨੇ ਦਿੱਤਾ, ਇਨਕਲਾਬ ਦੁਨੀਆ 'ਚ ਆਇਆ, ਇਨਕਲਾਬ ਦੇ ਐਸੇ ਇਹ ਨਾਰੇ ਲਾਏ, ਬਹੁਤ ਅੱਛੀ ਗੱਲ ਹੈ। ਅੱਜ ਪ੍ਰਧਾਨ ਮੰਤਰੀ ਨੂੰ ਸਮਝ ਲੈਣਾ ਚਾਹੀਦਾ ਹੈ ਇਹ ਦੀਵਾਰ ਤੇ ਲਿਖੀ ਗੱਲ ਕਿ ਅੱਜ ਸਾਰਾ ਹਿੰਦੁਸਤਾਨ ਖੜਾ ਹੈ, ਕੱਲ ਸਾਰਾ ਹਿੰਦੁਸਤਾਨ ਪਰਸੋਂ ਬੰਦ ਹੋਇਆ। ਇਹ ਸਮਝ ਲੈਣਾ ਚਾਹੀਦਾ ਪ੍ਰਧਾਨ ਮੰਤਰੀ ਨੂੰ ਕਿ ਇਹ ਹਿੰਦੁਸਤਾਨ ਦੀ ਤਾਕਤ ਜਿਹੜੀ ਹੈ ਮਜ਼ਦੂਰਾਂ ਦੀ, ਮੁਲਾਜ਼ਮਾਂ ਦੀ, ਸਾਰੇ ਧਰਮਾਂ ਦੀ ਇਕੱਠੇ ਹੈ। ਇਸ ਦੇਸ਼ ਨੂੰ ਕੋਈ ਵੰਡ ਨਹੀਂ ਸਕਦਾ। ਬੜੀ ਕੋਸ਼ਿਸ਼ਾਂ ਹੋਈਆਂ ਇਹਨਾਂ ਦੀਆਂ ਕਿ ਅਸੀਂ ਇਸ ਕਾਨੂੰਨ ਲਿਆ ਕੇ ਵੰਡੀਏ, ਪਰ ਇਹ ਸਾਰੇ ਹਿੰਦੁਸਤਾਨ ਦੇ ਅੰਦਰ, ਚਾਹੇ ਉਹ ਨੌਜਵਾਨ ਹੈ, ਬਜ਼ੁਰਗ ਹੈ,
ਛੋਟਾ ਬੱਚਾ ਹੈ, ਉਹ ਸਮਝ ਗਿਆ ਕਿ ਇਸ ਉਹਨਾਂ ਦੀ ਸ਼ਕਤੀ ਦੀ ਹਾਰ ਰਹੀ ਹੈ, ਜਲੂਸ 'ਚ ਕੱਢੇ ਹੈ। ਬੰਗਾਲ ਹੋਵੇ, ਪੰਜਾਬ ਹੋਵੇ, ਔਰ ਸਾਰੇ ਪਾਸੇ ਸੜਕਾਂ ਤੇ ਖੜੇ ਹੈ, ਨੌਜਵਾਨ ਖੜੇ ਹੈ, ਬਜ਼ੁਰਗ ਖੜੇ ਹੈ। ਇਸ ਇੱਕ ਖਬਰ ਲੱਗੀ ਹੈ ਕੱਲ ਪਰਸੋਂ ਕਿ ਦਾਦੀਆਂ ਵੀ ਜਿਹੜੀਆਂ ਉਹ ਮੋਰਚੇ 'ਤੇ ਆਈਆਂ। ਉਹਨੇ ਕਿਹਾ ਮੈਂ ਆਪਣੇ 9 ਪੁਸ਼ਤਾਂ ਦੀ ਆਪਣੀ ਦੱਸ ਸਕਦੀ ਹਾਂ, ਮੇਰੇ ਮਾਂ ਬਾਪ ਦਾਦੇ ਪੜਦਾਦੇ ਕੌਣ ਸੀ, ਮੋਦੀ ਸੱਤਾ ਵਿੱਚ ਸੀ। ਇਹ ਬਹੁਤ ਗਲਤ ਕਾਨੂੰਨ ਹੈ। ਅਸੀਂ ਟ੍ਰੇਡ ਯੂਨੀਅਨ ਵੱਲੋਂ, ਕ੍ਰਿਸਚਨ ਭਾਈਚਾਰੇ ਵੱਲੋਂ ਇਹਦੀ ਨਿੰਦਾ ਕਰਦੇ ਹਾਂ। ਅਸੀਂ ਕਿ ਮੈਂ ਖਾਸ ਤੌਰ ਤੇ ਪ੍ਰਧਾਨ ਮੰਤਰੀ ਨੂੰ ਕਹਾਂਗੇ ਕਿ ਇਹ ਸਮਝ ਲੈਣਾ ਚਾਹੀਦਾ ਹੈ ਕਿ ਹਿੰਦੁਸਤਾਨ ਜਾਗ ਉੱਠਿਆ ਹੈ, ਇਸ ਨੂੰ ਸਮਝਣਾ ਬੜਾ ਜ਼ਰੂਰੀ ਹੈ। ਨਹੀਂ ਤਾਂ ਆਉਣ ਵਾਲੇ ਇਲੈਕਸ਼ਨਾਂ 'ਚ ਤੁਹਾਡੀ ਸਰਕਾਰ ਬਿਲਕੁਲ ਨੈਸ਼ ਹੋ ਜਾਏਗੀ ਔਰ ਨਵੀਂ ਸਰਕਾਰ ਆਏਗੀ। ਨਾਲ ਹੀ ਮੈਂ ਰਾਸ਼ਟਰਪਤੀ ਸਾਹਿਬ ਨੂੰ ਅਪੀਲ ਕਰਾਂਗਾ ਕਿ ਇਸ ਰਾਸ਼ਟਰਪਤੀ ਕੋਲ ਸੰਵਿਧਾਨ ਨੇ ਬਹੁਤ ਸਟ੍ਰੀਮ ਪਾਵਰਾਂ ਦਿੱਤੀਆਂ, ਉਹਨੂੰ ਪਾਵਰਾਂ ਦਾ इस्तेमाल करके ये कानून बिल्कुल खत्म कर देना चाहिए। मिलर टाइम्स की वीडियोस देखने के लिए यहाँ क्लिक करके सब्सक्राइब करें और हाँ, बेल आइकन जरूर दबाएं। अगर फेसबुक पर देख रहे हैं तो पेज लाइक करें। ताज़ा तरीन खबरों और मज़ामीन के लिए विजिट करें हमारी वेबसाइट www.millertimes.com। हमारी ये वेबसाइट उर्दू, हिंदी, इंग्लिश तीनों लैंग्वेज में मौजूद है।